ਉੱਚੀ ਟਾਲੀ ਤੇ ਘੁੱਗੀਆਂ ਦਾ ਜੋੜਾ, ਮਾਵਾਂ ਧੀਆਂ ਦਾ ਪੈ ਗਿਆ ਵਿਛੋੜਾ, ਰੱਬਾ ਕਦ ਮਿਲੀਏ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਪ੍ਰੀਤ ਨਾਹਲ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਲਿਸ਼ਕਾਰਾ। ਤੇ ਅੱਜ ਮੇਰੇ ਨਾਲ ਨੇ ਲਵਦੀਪ। ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਗੱਲ ਕਰਾਂਗੇ ਲੋਕ ਨਾਚਾਂ ਬਾਰੇ। ਇਹ ਸਾਡੇ ਸੱਭਿਆਚਾਰ ਦਾ ਇੱਕ ਬਹੁਤ ਹੀ ਅਨਿੱਖੜਵਾਂ ਤੇ ਬਹੁਤ ਇੱਕ ਡੂੰਘਾ ਅੰਗ ਨੇ। ਕਹਿੰਦੇ ਆ ਕਿ ਬਿਨਾਂ ਲੋਕ ਨਾਚਾਂ ਤੋਂ ਆਪਾਂ ਸੱਖਣੇ ਆ। ਆਪਣੇ ਲੋਕ ਨਾਚ ਬਹੁਤ ਹੀ ਵਿਸ਼ਾਲ ਨੇ। ਕਹਿ ਲਓ ਕਿ ਗਿੱਧਾ, ਭੰਗੜਾ, ਸੰਮੀ, ਲੁੱਡੀ, ਝੂਮਰ, ਅਨੇਕਾਂ ਹੀ ਲੋਕ ਨਾਚ ਨੇ ਜੋ ਆਪਣੇ ਪਾਕਿਸਤਾਨ ਤੇ ਪੰਜਾਬ ਦੇ ਸਾਂਝੇ ਲੋਕ ਨਾਚ ਆਏ। ਆਪਾਂ ਹਰ ਇੱਕ ਪ੍ਰੋਗਰਾਮ ਦੇ ਵਿੱਚ ਹਰ ਇੱਕ ਹੌਲੀ ਹੌਲੀ ਲੋਕ ਨਾਚ ਦੀ ਵਿਸਥਾਰ ਸਹਿਤ ਜਾਣਕਾਰੀ ਦੇਵਾਂਗੇ। ਪਰ ਅੱਜ ਤੁਹਾਡੇ ਸਾਹਮਣੇ ਆਪਾਂ ਗੱਲ ਕਰ ਰਹੇ ਹਾਂ ਕੁੜੀਆਂ ਦਾ ਬਹੁਤ ਹੀ ਪ੍ਰਸਿੱਧ ਲੋਕ ਨਾਚ ਗਿੱਧਾ। ਤੇ ਆਓ ਆਪਾਂ ਜਾਣੀਏ ਗਿੱਧੇ ਬਾਰੇ ਕਿ ਗਿੱਧਾ ਕਿਵੇਂ ਸ਼ੁਰੂ ਹੋਇਆ, ਕਿਵੇਂ ਸੀ। ਤੇ ਅੱਜ ਆਪਣੇ ਨਾਲ ਲਵਦੀਪ ਨੇ, ਆਪਾਂ ਇਹਨਾਂ ਨੂੰ ਵੀ ਪੁੱਛਦੇ ਹਾਂ ਕਿ ਤੁਸੀਂ ਗਿੱਧਾ ਕਿਵੇਂ ਸ਼ੁਰੂ ਕੀਤਾ, ਮਤਲਬ ਗਿੱਧਾ ਤੁਹਾਡੇ ਨਾਲ ਕਿਵੇਂ ਜੁੜਿਆ ਜਾਂ ਤੁਸੀਂ ਗਿੱਧੇ ਨਾਲ ਕਿਵੇਂ ਜੁੜੇ? ਗਿੱਧਾ ਮੈਂ ਕੋਚ ਸਾਹਿਬ ਸ਼ੁਰੂ ਕੀਤਾ ਸੀਗਾ ਜਦੋਂ ਮੈਂ ਕਾਲਜ ਦੇ ਵਿੱਚ ਐਡਮਿਸ਼ਨ ਲਈ ਸੀ। ਮੇਰਾ ਇੰਨਾ ਕੋਈ ਇੰਟਰਸਟ ਨਹੀਂ ਸੀਗਾ ਗਿੱਧੇ ਦੇ ਵਿੱਚ, ਕਿਉਂਕਿ ਇੰਟਰਸਟ ਜ਼ਿਆਦਾਤਰ ਪੜ੍ਹਾਈ ਵਾਲੇ ਪਾਸੇ ਹੀ ਸੀਗਾ। ਤੇ ਜਦੋਂ ਯੂਥ ਫੈਸਟੀਵਲ ਸਟਾਰਟ ਹੋਏ ਹੁੰਦੇ ਆ, ਜਿਵੇਂ ਕਿ ਹਰ ਸਾਲ ਯੂਥ ਫੈਸਟੀਵਲ ਹੁੰਦਾ ਕਾਲਜਾਂ ਦੇ ਵਿੱਚ, ਮੇਰਾ ਉਦੋਂ ਫਸਟ ਈਅਰ ਸੀਗਾ ਤੇ ਮੈਂ ਕੋਈ ਪਾਰਟਿਸਿਪੇਟ ਨਹੀਂ ਸੀ ਕੀਤਾ। ਬਟ ਜਦੋਂ ਗਰਲਜ਼ ਕਾਮਨ ਰੂਮ ਦੇ ਵਿੱਚ ਗਿੱਧੇ ਦੀ ਪ੍ਰੈਕਟਿਸ ਹੁੰਦੀ ਸੀ ਨਾ, ਤਾਂ ਉਦੋਂ ਜਦੋਂ ਵੀ ਕਿਤੇ ਫ੍ਰੀ ਟਾਈਮ ਹੋਣਾ, ਦੇਖਣਾ ਜਾ ਕੇ ਉੱਥੇ, ਜਦੋਂ ਉੱਥੇ ਢੋਲਕੀ ਵੱਜਦੀ ਸੀ ਨਾ, ਤਾਂ ਉਹ ਜਿਹੜੀ ਢੋਲਕੀ ਜਦੋਂ ਵੱਜਦੀ ਸੀ ਤੇ ਪੈਰ ਆਟੋਮੈਟਿਕਲੀ ਖੁਦ ਨੱਚਣ ਨੂੰ ਕਰਦੇ ਸੀ। ਤਾਂ ਉਹ ਢੋਲਕੀ ਦੀ ਲੈ ਦੇ ਨਾਲ ਕਦੋਂ ਇਹੋ ਜਿਹੀ ਤਾਰ ਜੁੜੀ ਕਿ ਪਤਾ ਹੀ ਨਹੀਂ ਲੱਗਿਆ। ਫਿਰ ਉਹ ਦਿਨ ਗਿਆ ਤੇ ਅੱਜ ਦਾ ਦਿਨ ਆਇਆ। ਮੈਂ ਗਿੱਧਾ ਨਹੀਂ ਛੱਡਿਆ, ਜਾਂ ਗਿੱਧੇ ਨੇ ਕਹਿ ਲਓ ਮੈਨੂੰ ਨਹੀਂ ਛੱਡਿਆ। ਬਹੁਤ ਸੋਹਣੀ ਗੱਲ। ਤੇ ਗਿੱਧਾ ਮੈਂ ਤਾਂ ਕੋਚ ਸਾਹਿਬ ਕਾਲਜਾਂ ਦੇ ਵਿੱਚ ਬਹੁਤ ਪਾਇਆ, ਪਰ ਮੇਰਾ ਅਸਲ ਗਿੱਧੇ ਦੇ ਨਾਲ, ਗਿੱਧੇ ਬਾਰੇ ਜਾਣਨ ਨੂੰ ਮੈਨੂੰ ਉਦੋਂ ਮਿਲਿਆ ਜਦੋਂ ਤੁਸੀਂ ਮੈਨੂੰ ਕੋਚਿੰਗ ਦਿੱਤੀ ਸੀ ਕਾਲਜ ਟਾਈਮ ਦੇ ਵਿੱਚ। ਜਦੋਂ ਆਪਾਂ ਪਹਿਲੀ ਵਾਰੀ ਮਿਲੇ ਸੀ, ਜਦੋਂ ਤੁਸੀਂ ਸਾਨੂੰ ਕੋਚ ਕੀਤਾ ਸੀ, ਉਦੋਂ ਗਿੱਧੇ ਬਾਰੇ ਬਹੁਤ ਡੂੰਘੀਆਂ ਗੱਲਾਂ ਜਾਣਨ ਨੂੰ ਮਿਲੀਆਂ ਜਿਹੜੀਆਂ ਪਹਿਲਾਂ ਨਹੀਂ ਸੀ ਪਤਾ। ਸੋ ਘਰ ਪਰਿਵਾਰਾਂ ਚੋਂ ਵੀ ਕਾਫੀ ਕੁਝ ਸਿੱਖਣ ਨੂੰ ਮਿਲਦਾ ਗਿੱਧੇ ਬਾਰੇ। ਪਰ ਅਸਲ ਦੇ ਵਿੱਚ ਤੁਸੀਂ ਦੱਸੋ ਵੀ ਗਿੱਧੇ ਦੀ ਪਰਿਭਾਸ਼ਾ ਅਸਲ ਹੈ ਕੀ? ਹਾਂਜੀ ਬਿਲਕੁਲ। ਗਿੱਧਾ ਇੱਕ ਕਹਿ ਲਓ ਕਿ ਆਪਣਾ ਲੋਕ ਨਾਚ ਕਿਵੇਂ ਬਣਿਆ। ਕਹਿ ਲਓ ਕੋਈ ਵੀ ਜਿੱਦਾਂ ਲੋਕ ਗੀਤ ਆ, ਲੋਕ ਤੱਥ ਆ, ਲੋਕ ਨਾਚ ਆ, ਇਹ ਆਪਣੇ ਲੋਕਾਂ ਦੇ ਹੀ ਆ, ਮਤਲਬ ਆਪਣੇ ਤੋਂ ਹੀ ਉਤਪੰਨ ਹੋਏ ਆ, ਹਨਾ। ਜਦੋਂ ਪੁਰਾਣੇ ਸਮੇਂ ਦੇ ਵਿੱਚ ਬਹੁਤ ਬੰਦਿਸ਼ਾਂ ਹੁੰਦੀਆਂ ਸੀ ਔਰਤਾਂ ਦੇ ਲਈ, ਔਰਤਾਂ ਦਾ ਘਰੋਂ ਬਾਹਰ ਨਿਕਲਣਾ ਜਾਂ ਕਹਿ ਲਓ ਆਪਣੇ ਮਨਾਂ ਦੇ ਭਾਵ ਬਾਹਰ ਕੱਢਣੇ, ਹਨਾ, ਇਹ ਬਹੁਤ ਜ਼ਿਆਦਾ ਉਹਨਾਂ ਤੇ ਬੰਦਿਸ਼ਾਂ ਸੀ। ਤੇ ਉਦੋਂ ਔਰਤਾਂ ਕੀ ਕਰਦੀਆਂ ਹੁੰਦੀਆਂ ਸੀ ਨਾ, ਘਰ ਦੇ ਵਿੱਚ ਇਕੱਠੀਆਂ ਹੋ ਜਾਂਦੀਆਂ ਸੀ, ਸਾਰੀਆਂ ਕੁੜੀਆਂ, ਬੁੜੀਆਂ, ਚਿੜੀਆਂ ਸਾਰੀਆਂ ਨੇ ਘਰਾਂ 'ਚ ਇਕੱਠੇ ਹੋ ਜਾਣਾ। ਤੇ ਉਹਨਾਂ ਦੇ ਜਿਹੜੇ ਮਤਲਬ ਆਪਣੀਆਂ ਲੋਕ ਬੋਲੀਆਂ ਬਣੀਆਂ, ਤਾਂ ਉਹਨਾਂ ਦੇ ਉੱਤੇ ਆਪਣੀਆਂ ਕਹਿ ਲਓ ਕਿ ਤਾਲ ਵੱਜਣ ਲੱਗੀ। ਲੋਕ ਬੋਲੀਆਂ ਨੂੰ ਆਪਾਂ ਤਾਲ ਦਿੱਤੀ ਤੇ ਉਹਦੇ ਨਾਲ ਹੀ ਗਿੱਧਾ ਬਣਿਆ। ਜਦੋਂ ਆਪਣੇ ਮਨ ਦੇ ਭਾਵ ਬਾਹਰ ਕੱਢਦੀਆਂ ਸੀ, ਸ਼ਰੇਆਮ ਖੁੱਲ੍ਹੇਆਮ ਤਾਂ ਕਦੇ ਔਰਤ ਆਪਣੇ ਪਤੀ ਨੂੰ, ਸੱਸ ਨੂੰ, ਕਿਸੇ ਨੂੰ ਵੀ ਕੁਝ ਕਹਿ ਹੀ ਨਹੀਂ ਸਕਦੀ ਹੁੰਦੀ ਸੀ। ਆਪਣੀਆਂ ਉਹਦੀਆਂ ਸੱਧਰਾਂ, ਹੋਰ ਬੜੇ ਚਾਅ ਹੁੰਦੇ ਸੀ, ਸ਼ਕੀਨੀ ਲਾਉਣੀ, ਘੁੰਮਣਾ ਫਿਰਨਾ, ਬਾਹਰ ਜਾਣਾ, ਉਹ ਸਾਰੇ ਚਾਅ ਔਰਤ ਦੇ ਅੰਦਰ ਹੀ ਹੁੰਦੇ ਸੀ। ਤੇ ਉਹਨਾਂ ਨੇ ਆਪਣੇ ਮਨ ਦੇ ਭਾਵ ਇਹਨਾਂ ਬੋਲੀਆਂ ਰਾਹੀਂ ਬਾਹਰ ਕੱਢਣੇ ਸ਼ੁਰੂ ਕੀਤੇ ਤੇ ਇੱਥੋਂ ਹੀ ਉਹਨਾਂ ਨੇ ਉਹਨਾਂ ਬੋਲੀਆਂ ਨੂੰ ਤਾਲ ਦਿੱਤੀ। ਉਦੋਂ ਉਸ ਸਮੇਂ ਕੋਈ ਢੋਲਕੀ ਦੀ ਥਾਪ ਵੀ ਬਹੁਤੀ ਨਹੀਂ, ਕੋਈ ਢੋਲਕੀ ਵੀ ਨਹੀਂ ਸੀ ਹੁੰਦੀ, ਕੁਛ ਨਹੀਂ ਸੀ ਹੁੰਦਾ। ਜੋ ਘਰ ਦਾ ਸਮਾਨ ਹੁੰਦਾ ਸੀ, ਘੜਾ, ਬਾਲਟੀ, ਉਹਨੂੰ ਨਾਲ ਵਜਾਉਣ ਲੱਗ ਜਾਣਾ, ਤਾੜੀ ਦੀ ਤਾਲ ਦੇ ਦੇਣੀ ਤੇ ਉਹਦੇ ਨਾਲ ਹੀ ਕਹਿ ਲਓ ਉਹਨਾਂ ਨੇ, ਸਾਰਿਆਂ ਨੇ, ਔਰਤਾਂ ਨੇ ਇਕੱਠੀਆਂ ਹੋ ਕੇ ਉੱਥੇ ਗਿੱਧਾ ਪਾਉਣਾ, ਬਹੁਤ ਚਾਅ ਮਨਾਉਣੇ। ਤੇ ਇੱਥੋਂ ਹੀ ਆਪਣਾ ਲੋਕ ਨਾਚ ਮਤਲਬ ਗਿੱਧਾ ਉਤਪੰਨ ਹੋਇਆ। ਤੇ ਹੁਣ ਤਾਂ ਕਹਿ ਲਓ ਕਿ ਇਹ ਹਾਲ ਆ ਕਿ ਕੋਈ ਵੀ ਖੁਸ਼ੀ ਦਾ ਮੌਕਾ ਵਾ, ਕੋਈ ਤਿਉਹਾਰ ਆ, ਗਿੱਧੇ ਤੋਂ ਬਿਨਾਂ ਤੇ ਸੱਖਣਾ ਹੁੰਦਾ। ਤੇ ਹਰ ਔਰਤ ਦੇ ਨਾਲ ਇਹ ਬਹੁਤ ਹੀ ਡੂੰਘੀ ਤਰ੍ਹਾਂ ਜੁੜਿਆ ਹੋਇਆ। ਤੇ ਇਦਾਂ ਹੀ ਆਪਾਂ ਹੌਲੀ ਹੌਲੀ ਹੁਣ ਤੱਕ ਯੂਥ ਫੈਸਟੀਵਲਾਂ ਦੇ ਮਤਲਬ ਕਾਲਜਾਂ, ਯੂਨੀਵਰਸਿਟੀਆਂ ਦਾ ਇੱਕ ਅੰਗ ਬਣ ਗਿਆ। ਕੁੜੀਆਂ ਯੂਟਿਊਬਾਂ ਦੇ ਉੱਤੇ ਇੰਨਾ ਕੁ ਜ਼ਿਆਦਾ ਆ ਗਿਆ ਕਿ ਨਵੀਂ ਪੀੜ੍ਹੀ ਜਿਹੜੀ ਆ ਉਹ ਬਹੁਤ ਜਾਗਰੂਕ ਹੋ ਰਹੀ ਆ, ਬਹੁਤ ਜੁੜ ਰਹੀ ਆ। ਥੋੜ੍ਹਾ ਜਿਹਾ ਸਮਾਂ ਪਹਿਲਾਂ ਤੇ ਕਹਿੰਦੇ ਏਦਾਂ ਲੱਗਦਾ ਹੁੰਦਾ ਸੀ ਕਿ ਜਿਹੜੇ ਆਪਣੇ ਲੋਕ ਨਾਚ ਇਹ ਮਰ ਜਾਣੇ ਆ, ਕਿ ਇਹਨਾਂ ਦੇ ਅੱਜ ਕੱਲ੍ਹ ਵੈਸਟਰਨ ਵੱਲ ਜਾਈ ਜਾਂਦੇ ਆ। ਪਰ ਵਿਦੇਸ਼ਾਂ ਦੀਆਂ ਧਰਤੀਆਂ ਨੇ ਵੀ ਆਪਣੇ ਲੋਕ ਨਾਚਾਂ ਨੂੰ ਬਚਾ ਲਿਆ। ਇੱਥੇ ਜਿਹੜੀਆਂ ਅਕੈਡਮੀਆਂ ਖੁੱਲੀਆਂ ਜਾਂ ਸਕੂਲ ਖੁੱਲੇ ਆ, ਇਹਨਾਂ ਨੇ ਮਤਲਬ ਜੋੜਿਆ ਆਪਣੇ ਨਾਲ ਬੱਚਿਆਂ ਨੂੰ। ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਲੋਕ ਨਾਚ ਕੀ ਆ, ਢੋਲ ਤੇ ਢੋਲਕੀ ਤੇ ਨੱਚਣਾ ਤੇ ਜਿਹੜੇ ਡੀਜੇ ਦੇ ਗੀਤ ਲੱਗਦੇ ਉਹਨਾਂ ਦੇ ਨੱਚਣ ਦਾ ਫਰਕ ਕੀ ਆ। ਤੇ ਹੁਣ YouTube ਤੇ ਪੈਣ ਕਰਕੇ ਕੁੜੀਆਂ ਹੋਰ ਜੁੜਦੀਆਂ। ਮੈਂ ਦੇਖ ਰਹੀ ਹਾਂ, ਹੁਣ ਆਪਾਂ ਦੇਖੀਦਾ YouTube ਤੇ, ਸੋਸ਼ਲ ਸਾਈਟਸ ਤੇ, ਕਿ ਗੀਤਾਂ ਦੇ ਨਾਲੋਂ ਵੱਧ ਬੋਲੀਆਂ ਦੇ ਉੱਤੇ ਗਿੱਧਾ ਪਾਉਣ ਲੱਗ ਗਿਆ।
ਹਨਾ। ਪਰ ਕੋਚ ਸਾਹਿਬ ਮੈਂ ਤੁਹਾਨੂੰ ਇੱਥੇ ਇਹ ਪੁੱਛਣਾ ਚਾਹਣੀ ਆ ਵੀ ਜਿਵੇਂ ਆਪਾਂ ਦੇਖਦੇ ਆਂ, ਜਿਵੇਂ ਹੁਣ ਅੱਜ ਕੱਲ ਗਿੱਧੇ ਦਾ ਸਟੇਜੀਕਰਨ ਬਹੁਤ ਹੋ ਗਿਆ ਹਨਾ, ਜਿਵੇਂ ਆਪਾਂ ਘਰਾਂ ਦਾ ਗਿੱਧਾ ਦੇਖਦੇ ਆਂ, ਜਿਵੇਂ ਆਪਣੀਆਂ ਬਜ਼ੁਰਗ ਔਰਤਾਂ ਜਾਂ ਆਪਣੀਆਂ ਮਾਵਾਂ ਪਾਉਂਦੀਆਂ ਗਿੱਧਾ, ਆਪਣੀਆਂ ਤਾਈਆਂ ਚਾਚੀਆਂ ਗਿੱਧਾ ਪਾਉਂਦੀਆਂ, ਜਾਂ ਜੋ ਆਪਾਂ ਸਟੇਜ ਤੇ ਗਿੱਧੇ ਨੂੰ ਦੇਖਦੇ ਆਂ, ਉਹ ਦੋਹਾਂ ਆਪਾਂ ਕਹਿ ਦਈਏ ਦੋਹਾਂ ਗਿੱਧਿਆਂ ਦੇ ਵਿੱਚ ਬੜਾ ਅੰਤਰ ਆ। ਤੇ ਅਸਲ ਫਰਕ ਉਹਦੇ ਵਿੱਚ ਹੈ ਕੀ, ਤੇ ਕਿਹੜਾ ਗਿੱਧਾ ਜਿਹੜਾ ਸਹੀ ਗਿੱਧਾ ਮੰਨਿਆ ਜਾਂਦਾ, ਤੇ ਕਿੱਥੇ ਗਿੱਧੇ ਦੇ ਵਿੱਚ ਇਹ ਅੰਤਰ ਪੈਣਾ ਸ਼ੁਰੂ ਹੋਇਆ? ਇਹ ਅੰਤਰ ਇਦਾਂ ਪੈਣਾ ਸ਼ੁਰੂ ਹੋਇਆ ਕਿ ਜਦੋਂ ਜਿਹੜੇ ਸਿਖਲਾਈ ਦਿੰਦੇ ਆ ਨਾ, ਜਦੋਂ ਉਹ ਆਪ ਯੂਟਿਊਬਾਂ ਤੋਂ ਸਿੱਖ ਕੇ ਸਿਖਲਾਈ ਦੇਣ ਲੱਗ ਜਾਂਦੇ ਆ ਹਨਾ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਜਿਹੜਾ ਇਹ ਲੋਕ ਨਾਚ ਗਿੱਧਾ ਇਹ ਪੁਰਾਣੇ, ਮਤਲਬ ਜਿੰਨਾ ਚਿਰ ਆਪਾਂ ਆਪਣੇ ਤੇ ਕੋਈ ਚੀਜ਼ ਹੰਡਾਉਂਦੇ ਨਹੀਂ, ਆਪਾਂ ਉਹਦੇ ਬਾਰੇ ਜਾਣਕਾਰੀ ਪੂਰੀ ਪ੍ਰਾਪਤ ਕਰ ਨਹੀਂ ਸਕਦੇ, ਤਾਂ ਦੇ ਕਿਵੇਂ ਦੇਵਾਂਗੇ। ਸੋ ਪਹਿਲਾਂ ਹਰ ਚੀਜ਼ ਨੂੰ ਹੰਡਾਉਣਾ ਜ਼ਰੂਰੀ ਆ। ਇਹ ਇਦਾਂ ਹੀ ਫਰਕ ਪਿਆ ਆਪਣੀਆਂ ਪੁਰਾਣੀਆਂ ਜਿਹੜੀਆਂ ਬਜ਼ੁਰਗ ਔਰਤਾਂ ਹੁੰਦੀਆਂ ਸੀ ਨਾ, ਤੁਸੀਂ ਦੇਖਣਾ ਉਹਨਾਂ ਦੀਆਂ ਬਾਹਾਂ ਦੀਆਂ ਜਿਹੜੀਆਂ ਮੁਦਰਾਵਾਂ ਹੁੰਦੀਆਂ ਸੀ ਹਨਾ, ਉਹ ਬਹੁਤ ਸਹਿਜਤਾ ਵਾਲੀਆਂ ਹੁੰਦੀਆਂ ਸੀ, ਉਹ ਬਹੁਤ ਇੱਕ ਸਹਿਜਤਾ ਨਾਲ ਨੱਚਦੀਆਂ ਸੀ। ਕਿਉਂਕਿ ਜਿਹੜੀ ਸਹਿਜਤਾ ਇਹ ਇੱਕ ਔਰਤ ਦੀ ਬਹੁਤ ਵੱਡੀ ਨਿਸ਼ਾਨੀ ਆ, ਕੀ ਕਹਿ ਲੈਂਦੇ ਨੇ, ਗਹਿਣਾ। ਇੱਕ ਔਰਤ ਵਿੱਚ ਸਹਿਜਤਾ ਹੋਣੀ ਬਹੁਤ ਜ਼ਰੂਰੀ ਆ। ਤੇ ਜਿਹੜਾ ਲੋਕ ਨਾਚ ਵਾ ਨਾ, ਇਹਦੇ ਚ ਵੀ ਸਹਿਜਤਾ ਦਾ, ਮਤਲਬ ਸਪੈਸ਼ਲੀ ਜਿਹੜਾ ਗਿੱਧਾ, ਇਹ ਚ ਸਹਿਜਤਾ ਦਾ ਹੋਣਾ ਬਹੁਤ ਜ਼ਰੂਰੀ ਆ। ਉਹ ਜਦੋਂ ਸਹਿਜਤਾ ਨਾਲ ਨੱਚਦੀਆਂ ਸੀ, ਉਹਨਾਂ ਦੀਆਂ ਬੋਲੀਆਂ ਲੰਮੀਆਂ ਹੁੰਦੀਆਂ ਸੀ, ਉਹਨਾਂ ਨੇ ਹੇਕਾਂ ਲਾ ਕੇ ਬੋਲਣਾ, ਤੇ ਉਹ ਕਿਸੇ ਵੀ ਮਤਲਬ ਇੱਕ ਢਾਂਚੇ ਚ ਬੰਨੀਆਂ ਨਹੀਂ ਹੁੰਦੀਆਂ ਸੀ। ਇਦਾਂ ਨਹੀਂ ਹੁੰਦਾ ਸੀ ਕਿ ਆਹੀ ਬੋਲੀ ਪਾਉਣੀ ਆ, ਇਹਦੇ ਤੇ ਆਹੀ ਐਕਸ਼ਨ ਹੋਣਾ ਵਾ ਤੇ ਤੁਸੀਂ ਐਵੇਂ ਹੀ ਨੱਚਣਾ। ਸਟੇਜੀਕਰਨ ਚ ਕੀ ਹੋਇਆ ਕਿ ਬਿਨਾਂ ਖੁਦ ਤੇ ਹੰਡਾਇਆ ਬਹੁਤ ਕੋਚ ਉੱਭਰੇ ਆ, ਉਹਨਾਂ ਨੇ ਸਿਖਲਾਈ ਦਿੱਤੀ। ਮਾਫ ਕਰਨਾ, ਚਲੋ ਕਈ ਤਾਂ ਬਹੁਤ ਵਧੀਆ ਕੋਚ ਵੀ ਨੇ ਜਿਹੜੇ ਮਤਲਬ ਸਹੀ ਤਰੀਕੇ ਨਾਲ ਸਿਖਲਾਈ, ਤੇ ਕਈਆਂ ਨੇ ਉਹ ਗਿੱਧੇ ਨੂੰ ਮਤਲਬ ਐਵੇਂ ਜੋਸ਼ ਦੇਣਾ ਸ਼ੁਰੂ ਕਰ ਦਿੱਤਾ, ਬਹੁਤ ਤੇਜ਼ ਗਿੱਧੇ ਕਰਤੇ, ਬਹੁਤ ਫਾਸਟ ਕਰਤੇ। ਹੁਣ ਵੈਸੇ ਬਹੁਤ ਫਰਕ ਪੈ ਗਿਆ ਪਹਿਲਾਂ ਨਾਲੋਂ, ਹੁਣ ਗਿੱਧੇ 'ਚ ਦੁਬਾਰਾ ਸਹਿਜਤਾ ਆਉਣੀ ਸ਼ੁਰੂ ਹੋ ਗਈ ਆ। ਪਰ ਵਿੱਚੋਂ ਜੇ ਤਾਂ ਇੰਨੇ ਕੁ ਗਿੱਧੇ ਤੇਜ਼ ਹੋ ਗਏ ਸੀ, ਸਟੇਜੀਕਰਨ ਨੇ ਇੰਨਾ ਕੁ ਫੋਕ ਰੋਲਤਾ ਸੀ ਨਾ, ਐਵੇਂ ਲੱਗਣ ਲੱਗ ਗਿਆ ਸੀ ਕਿ ਆਪਾਂ ਕਹਿੰਦੇ ਨਾ ਕਿ ਅਸੀਂ ਫੋਕ ਬਚਾ ਰਹੇ ਆ, ਸਟੇਜਾਂ ਤੇ ਲਿਜਾ ਕੇ ਅਸੀਂ ਗਿੱਧੇ ਲਿਜਾ ਰਹੇ, ਪਰ ਨਹੀਂ, ਉਹ ਇਦਾਂ ਲੱਗਣ ਲੱਗ ਗਿਆ ਸੀ ਕਿ ਸਾਡਾ ਫੋਕ ਰੁਲ ਗਿਆ, ਖਤਮ ਹੋਣ ਲੱਗ ਗਿਆ ਸੀ। ਸੋ ਇਹੀ ਫਰਕ ਆ ਕਿ ਉੱਥੇ ਆਪਾਂ ਬਹੁਤ ਸਹਿਜਤਾ ਨਾਲ ਨੱਚਦੇ ਆ, ਆਪਾਂ ਬੰਨੇ ਨਹੀਂ ਹੁੰਦੇ, ਪਰ ਸਟੇਜਾਂ ਤੇ ਆਪਾਂ ਬੰਨੇ ਜਾਂਦੇ ਆ। ਪਰ ਸਟੇਜੀਕਰਨ ਲਈ ਥੋੜਾ ਬਹੁਤਾ ਬਦਲਾਵ ਤਾਂ ਮਤਲਬ ਕਰਨਾ ਪੈਂਦਾ, ਪਰ ਇੰਨਾ ਜ਼ਿਆਦਾ ਕੋਈ ਜ਼ਰੂਰੀ ਨਹੀਂ। ਤੁਸੀਂ ਉਹ ਸਹਿਜਤਾ ਦੀ ਨਿਸ਼ਾਨੀ, ਉਹ ਪਿੜ ਸਟੇਜੀਕਰਨ 'ਚ ਵੀ ਦਿਖਾ ਸਕਦੇ ਆ ਜਿਹੜਾ ਆਪਣੀਆਂ ਪੁਰਾਣੀਆਂ ਬਜ਼ੁਰਗ ਔਰਤਾਂ 'ਚ ਸੀ। ਕਿਉਂਕਿ ਜੇ ਆਪਾਂ ਬੰਨੇ ਆ ਨਾ, ਰੂਲਾਂ ਦੇ ਵਿੱਚ ਬੰਨੇ ਕਿ ਆਪਾਂ ਐਵੇਂ ਕਰਨਾ, ਪਰ ਆਪਣੀਆਂ ਮੂਵਮੈਂਟ ਤਾਂ ਨਹੀਂ ਨਾ ਬੰਨੀਆਂ ਹੋਈਆਂ। ਬਿਲਕੁਲ ਆਪਣੀ ਢੋਲਕੀ ਦੀ ਥਾਪ ਤਾਂ ਨਹੀਂ ਕਿਸੇ ਨੇ ਕਿਹਾ ਕਿ ਇਹਨੂੰ ਤੇਜ਼ ਕਰ ਦੋ, ਇਹਨੂੰ ਚੱਕ ਦੋ, ਜਾਂ ਕਿਸੇ ਨੇ ਕਹਿ ਲਓ ਕਿ ਕਈ ਵਾਰੀ ਇਦਾਂ ਹੁੰਦਾ ਗਿੱਧੇ ਦੇ ਵਿੱਚ ਨਾ ਕੋਈ ਇਦਾਂ ਦਾ ਸ਼ਬਦ ਆ ਜਾਂਦਾ ਸਟੇਜੀਕਰਨ ਵੇਲੇ, ਤੇ ਉਹੀ ਪ੍ਰੋਪ ਲੈ ਆਉਣਗੇ। ਜਿਵੇਂ ਸਕੂਟਰ ਸ਼ਬਦ ਆ ਗਿਆ, ਸਕੂਟਰ ਹੀ ਪ੍ਰੋਪ ਲੈ ਆਉਣਗੇ। ਕੋਈ ਵਾਜਾ ਸ਼ਬਦ ਆ ਗਿਆ, ਵਾਜਾ ਲੈ ਨਹੀਂ ਯਾਰ, ਇਦਾਂ ਨਹੀਂ ਹੁੰਦਾ ਸੀ। ਪੁਰਾਣੇ ਸਮੇਂ 'ਚ ਘੜਾ, ਬਾਲਟੀ ਕਿਉਂ ਲਿਆਂਦੇ ਜਾਂਦੇ ਸੀ? ਕਿਉਂਕਿ ਉਦੋਂ ਢੋਲਕੀਆਂ ਨਹੀਂ ਸੀ ਹੁੰਦੀਆਂ, ਉਹਨਾਂ ਨੂੰ ਵਜਾਇਆ ਜਾਂਦਾ ਸੀ, ਉਹਨਾਂ ਦੇ ਨਾਲ ਹੀ ਉਹ ਆਪਣੇ ਇੱਕ ਫੋਕ ਦਾ ਹੀ ਹਿੱਸਾ ਸੀ, ਆਪਣਾ ਸਮਾਨ ਸੀ ਉਹ। ਪਰ ਇਹਦਾ ਮਤਲਬ ਇਹ ਨਹੀਂ ਕਿ ਹੁਣ ਗਿੱਧੇ 'ਚ ਜਦੋਂ ਆਪਾਂ ਗਿੱਧਾ ਸਟੇਜੀਕਰਨ ਤੇ ਲਿਆਉਨੇ ਆ, ਇੱਕ ਨਾ ਸਾਰੀਆਂ ਟੀਮਾਂ ਨੇ ਜਾਂ ਕਹਿ ਲਓ ਸਾਰਿਆਂ ਨੇ ਇੱਕ ਰੂਲ ਜਿਹਾ ਸਮਝ ਲਿਆ ਕਿ ਖਰੇ ਪੱਖੀ, ਘੜਾ, ਬਾਲਟੀ ਇਹ ਸਾਰੀਆਂ ਚੀਜ਼ਾਂ ਆਉਣਗੀਆਂ ਤੇ ਤਾਂ ਹੀ ਸਾਡਾ ਗਿੱਧਾ ਵਿਨ ਕਰੂਗਾ। ਇਹ ਵੀ ਲੱਗਦਾ ਉਹਨਾਂ ਨੂੰ ਕਿ ਜਿੰਨੇ ਜ਼ਿਆਦਾ ਪ੍ਰੌਪਸ ਆਉਣਗੇ ਖਣੀ ਦੇਖਣ ਨੂੰ ਗਿੱਧਾ ਜ਼ਿਆਦਾ ਸੋਹਣਾ ਲੱਗੂਗਾ। ਇਹ ਵਹਿਮ ਹੀ ਆ। ਮੈਂ ਸਾਰੇ ਕੋਚਾਂ ਨੂੰ ਵੈਸੇ ਇੱਥੇ ਚਲੋ ਇਸ ਪ੍ਰੋਗਰਾਮ ਰਾਹੀਂ ਇਹ ਵੀ ਮਤਲਬ ਜਿੱਥੇ ਆਪਾਂ ਪਰਿਵਾਰਾਂ ਨੂੰ ਦੱਸਦੇ ਆ, ਉੱਥੇ ਮੈਨੂੰ ਲੱਗਦਾ ਕਿ ਬਹੁਤ ਅਜਿਹੇ ਲੋਕ ਵੀ ਸਾਡੇ ਨਾਲ ਜੁੜਦੇ ਆ, ਜਾਂ ਕਹਿ ਲਓ ਯੂਟਿਊਬਾਂ ਰਾਹੀਂ ਜਾਂ ਚੈਨਲਾਂ ਰਾਹੀਂ, ਕਿ ਜਿਹੜੇ ਇਹ ਚੀਜ਼ਾਂ ਦੇ ਨਾਲ ਜੁੜੇ ਆ, ਸਿਖਲਾਈ ਵੀ ਦਿੰਦੇ ਆ ਜਾਂ ਸਿੱਖਦੇ ਵੀ ਆ। ਸੋ ਮੈਂ ਇਹ ਸੰਦੇਸ਼ ਉਹਨਾਂ ਲਈ ਦੇਣਾ ਚਾਹੁੰਦੀ ਆ ਕਿ ਇਹ ਜ਼ਰੂਰੀ ਨਹੀਂ ਭਲਾ ਕੋਈ ਪ੍ਰੌਪ ਨਾ ਹੋਵੇ ਗਿੱਧੇ 'ਚ, ਜ਼ਰੂਰੀ ਨਹੀਂ ਪ੍ਰੌਪ ਹੋਣੇ। ਜੇ ਤੁਹਾਡਾ ਕੋਈ ਇੱਕ ਘੜਾ ਨਾ, ਤੇ ਇੱਕ ਘੜਾ ਵੀ ਬਹੁਤ ਆ। ਜ਼ਰੂਰੀ ਨਹੀਂ ਤੁਸੀਂ 4-4 ਘੜਿਆਂ ਦੀਆਂ ਅੱਗੇ ਲਾਈਨਾਂ ਲਾਉਣੀਆਂ, ਬਾਲਟੀਆਂ ਲਾਉਣੀਆਂ, ਪੱਖੇ, ਕੋਈ ਜ਼ਰੂਰੀ ਨਹੀਂ। ਜੇ ਆਪਾਂ ਵਾਕਈ ਆਪਣਾ ਫੋਕ ਬਚਾਉਣਾ, ਜਿਹੜੀਆਂ ਆਪਣੇ ਪੁਰਾਣੀਆਂ ਬਜ਼ੁਰਗ ਔਰਤਾਂ ਜਿਵੇਂ ਨੱਚਦੀਆਂ ਸੀ ਨਾ, ਉਵੇਂ ਨੱਚੋ। ਜੇ ਤੁਸੀਂ ਘੜਾ ਸਟੇਜ ਤੇ ਲਿਆਉਣਾ, ਵੀ ਤੁਹਾਨੂੰ ਪਤਾ ਇੱਕ ਬੋਲੀ ਹੁੰਦੀ ਸੀ, ਘੜਾ ਵੱਜਦਾ ਘੜੋਲੀ ਵੱਜਦੀ, ਉਹ ਘੜਾ ਵਜਾਉਂਦੇ ਹੁੰਦੇ ਸੀ। ਹੁਣ ਕੀ ਹੁੰਦਾ, ਉਹ ਬੋਲੀ ਤੇ ਘੜਾ ਮੂੰਹ 'ਚ ਦੰਦਾਂ ਨਾਲ ਚੱਕ ਲੈਂਦੀਆਂ। ਸੋ ਇਹ ਇੱਕ ਬਹੁਤ ਵੱਡਾ ਮਤਲਬ ਕਹਿ ਲਓ ਇੱਕ ਡਿਫਰੈਂਸ, ਇੱਕ ਫਰਕ ਆ ਫੋਕ ਪੁਰਾਣੇ ਗਿੱਧੇ 'ਚ ਤੇ ਹੁਣ ਦੇ ਗਿੱਧੇ 'ਚ। ਇਹਨੂੰ ਕੀਤਾ ਜਾ ਸਕਦਾ, ਇਹ ਆਪਣੇ 'ਚ ਹੀ ਆ। ਸਿਖਾਉਣ ਵਾਲਿਆਂ ਤੇ ਸਿੱਖਣ ਵਾਲਿਆਂ ਦੀ ਕੋਈ ਗਲਤੀ ਮੈਂ ਕਦੇ ਨਹੀਂ ਮੰਨਦੀ ਹੁੰਦੀ। ਇਹ ਸਿਖਾਉਣ ਵਾਲੇ ਤੇ ਜੋ ਆਪਾਂ ਸਿਖਾਵਾਂਗੇ ਉਹੀ ਅਗਲੇ ਨੇ ਸਿੱਖਣਾ। ਜੀ ਪ੍ਰੀਤ ਜੀ, ਜਿਵੇਂ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਵੀ ਜਿਵੇਂ ਲੋਕ ਨਾਚਾਂ ਦੀਆਂ ਵੀ ਵੱਖ-ਵੱਖ ਵੰਨਗੀਆਂ ਹੁੰਦੀਆਂ, ਮੈਨੂੰ ਲੱਗਦਾ ਇਸੇ ਤਰ੍ਹਾਂ ਗਿੱਧੇ ਦੇ ਵਿੱਚ ਵੀ ਕਾਫੀ ਤਰ੍ਹਾਂ ਦੀਆਂ ਵੰਨਗੀਆਂ ਹੁੰਦੀਆਂ। ਸੋ ਤੁਸੀਂ ਵੰਨਗੀਆਂ ਬਾਰੇ ਦੱਸੋ, ਕੋਈ ਗੀਤ, ਕੋਈ ਸਿੱਠਣੀਆਂ, ਕੋਈ ਬੋਲੀਆਂ, ਤੁਸੀਂ ਇਹਨਾਂ ਬਾਰੇ ਵਿਸਥਾਰ 'ਚ ਵੀ ਦੱਸੋ। ਹਾਂਜੀ ਬਿਲਕੁਲ। ਜਿਵੇਂ ਗਿੱਧਾ ਜਿਹੜਾ ਹੁੰਦਾ ਵੀ 6 ਜਾਂ 7 ਤਰ੍ਹਾਂ ਦੀਆਂ ਇਹਦੀਆਂ ਵੰਨਗੀਆਂ, ਜਿਵੇਂ ਮੁੰਡੇ ਦੇ ਵਿਆਹ ਦਾ ਗਿੱਧਾ, ਕੁੜੀ ਦੇ ਵਿਆਹ ਦਾ ਗਿੱਧਾ, ਤੀਆਂ ਦਾ ਗਿੱਧਾ, ਤਰਿੰਜਣ ਦਾ ਗਿੱਧਾ, ਲੋਹੜੀ ਦਾ ਗਿੱਧਾ,
ਐਵੇਂ ਮਤਲਬ ਕਹਿ ਲੋ ਕੜਮਾਈ ਦਾ ਗਿੱਧਾ, ਐਵੇਂ ਹਰ ਤਰ੍ਹਾਂ ਦੀ ਬਣ ਗਈ ਹੈ ਨਾ ਗਿੱਧਿਆਂ ਬਾਰੇ ਵੀ। ਤੋਂ ਸੋ ਜੇ ਹੁਣ ਮੁੰਡੇ ਦੇ ਵਿਆਹ 'ਚ ਗਿੱਧਾ ਪੈਂਦਾ ਤਾਂ ਉੱਥੇ ਪਹਿਲਾਂ ਘੋੜੀਆਂ ਗਾਈ ਜਾਂਦੀਆਂ, ਜੇ ਕੁੜੀ ਦੇ ਵਿਆਹ ਦਾ ਤਾਂ ਸੁਹਾਗ, ਲੰਮੀਹੇ ਕਾਲੇ ਗੀਤ, ਤੇ ਬੋਲੀਆਂ ਦਾ ਵੀ ਬਹੁਤ ਫਰਕ ਪੈਂਦਾ। ਹੁਣ ਜਦੋਂ ਵੀ ਕਦੇ ਕੁੜੀ ਦਾ ਵਿਆਹ ਹੁੰਦਾ ਨਾ, ਮਾਲਵੇ ਦਾ ਬਹੁਤ ਮਸ਼ਹੂਰ ਗਿੱਧਾ ਕੁੜੀ ਦੇ ਵਿਆਹ, ਕੁੜੀ ਦੀ ਡੋਲੀ ਤੁਰ ਕੇ ਪਾਇਆ ਜਾਂਦਾ। ਇਹ ਇੱਕ ਮਤਲਬ ਮਾਲਵੇ ਦਾ ਰਿਵਾਜ ਵੀ ਕਹਿ ਲੋ ਮਾਝਾ, ਮਾਲਵਾ, ਦੁਆਬਾ, ਇਹਨਾਂ ਦੇ ਰਿਵਾਜ ਵੀ ਵੱਖਰੇ ਆ ਨਾ, ਪਰ ਜਿਹੜੇ ਗਿੱਧੇ ਆ ਇਹ ਤਾਂ ਸਾਂਝੇ ਆ, ਇਹ ਹਰ ਜਗ੍ਹਾ ਤੇ ਸੇਮ ਹੀ ਪੈਂਦੇ। ਸੋ ਬੋਲੀਆਂ ਦਾ ਵੀ ਆਪਣੇ ਆਪ ਹੀ ਬਦਲਾਅ ਪੈ ਜਾਂਦਾ। ਜਿੱਦਾਂ ਹੁਣ ਮੁੰਡੇ ਦੇ ਵਿਆਹ 'ਚ ਘੋੜੀ ਗਾਉਂਦੇ ਆ ਤੇ ਉੱਥੇ ਥੋੜੀਆਂ ਖੁਸ਼ੀ ਵਾਲੀਆਂ ਬੋਲੀਆਂ ਹੁੰਦੀਆਂ, ਜਿਵੇਂ ਮਾਂ ਹੁੱਬ ਕੇ ਬੋਲੀਆਂ ਪਾਉਂਦੀ ਆ, ਉੱਥੇ ਭਰਜਾਈ ਹੁੱਬ ਕੇ ਪਾਉਂਦੀ, ਤੇ ਕੁੜੀ ਦੇ ਵਿਆਹ 'ਚ ਆਟੋਮੈਟਿਕਲੀ ਬੋਲੀਆਂ 'ਚ ਵੀ ਵਿਰਾਗ ਆ ਜਾਂਦਾ। ਤੇ ਏਦਾਂ ਹੀ ਜਦੋਂ ਤੀਆਂ ਹੁੰਦੀਆਂ ਤਾਂ ਉਹਦੇ ਵਿੱਚ ਦੇਖੋ ਹਮੇਸ਼ਾ ਮਾਹੀ ਨੂੰ ਸੰਬੋਧਨ ਕੀਤੀਆਂ ਬੋਲੀਆਂ ਪਾਈਆਂ ਜਾਣਗੀਆਂ, ਸੱਸ ਦੀਆਂ ਬੋਲੀਆਂ ਪਾਈਆਂ ਜਾਣਗੀਆਂ, ਤ੍ਰਿੰਜਣ ਹੋਊਗਾ ਤੇ ਹਮੇਸ਼ਾ ਦਾਜ ਦੀਆਂ, ਦਹੇਜ ਦੀਆਂ, ਜਾਂ ਕੁੜੀ ਦੀਆਂ ਮਾਂ ਨੂੰ ਅਰਜ਼ੋਈ ਹੁੰਦੀ ਮੇਰਾ ਵਿਆਹ ਕਰਦੇ ਹਨਾ, ਮਤਲਬ ਆਟੋਮੈਟਿਕਲੀ ਬੋਲੀਆਂ ਦੇ ਵਿੱਚ ਵੀ ਵੱਖਰਾ ਜਾਂਦਾ। ਏਦਾਂ ਹੀ ਗੀਤਾਂ 'ਚ ਵੀ, ਜਿਵੇਂ ਹੁਣ ਘੋੜੀ ਹੋ ਗਈ, ਮੁੰਡੇ ਦੇ ਵਿਆਹ 'ਚ ਗਾਉਣੀ ਆ, ਕੁੜੀ ਦੇ ਵਿਆਹ 'ਚ ਘੋੜੀ ਨਹੀਂ ਗਾ ਸਕਦੇ, ਸੁਹਾਗ ਹੀ ਗਾਵਾਂਗੇ। ਸੋ ਏਦਾਂ ਅਲੱਗ-ਅਲੱਗ ਬਣ ਗਈਆਂ ਇਹਨਾਂ ਦੀਆਂ। ਪ੍ਰੀਤ ਜੀ ਫਿਰ ਤੁਸੀਂ ਇੱਕ ਹੁਣ ਮੁੰਡੇ ਦੇ ਵਿਆਹ ਦੀ ਘੋੜੀ ਹੋ ਜੇ। ਬਿਲਕੁਲ ਜੀ, ਚਲੋ ਮੈਂ ਤੁਹਾਨੂੰ ਘੋੜੀ ਸੁਣਾਉਂਗੀ ਇੱਕ, ਜੋ ਕਿ ਮੁੰਡੇ ਦੇ ਵਿਆਹ ਦੇ ਵਿੱਚ ਭੈਣਾਂ ਭਰਜਾਈਆਂ ਮਾਂ ਵੱਲੋਂ ਗਾਈ ਜਾਂਦੀ ਹੁੰਦੀ ਆ। ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰੇ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ, ਦਮਾਂ ਦੀ ਬੋਰੀ ਤੇਰਾ ਬਾਪ ਫੜੇ, ਦਮਾਂ ਦੀ ਬੋਰੀ ਤੇਰਾ ਬਾਪ ਫੜੇ, ਪੀਲੀ ਪੀਲੀ ਦਾਲ ਤੇਰੀ ਕਾੜੀ ਚਰੇ, ਪੀਲੀ ਪੀਲੀ ਦਾਲ ਤੇਰੀ ਕੋੜੀ ਚਰੇ, ਆਵੇ ਤੂੰ ਨਿੱਕਿਆ ਆਵੇ ਕਰੇ, ਆਵੇ ਤੂੰ ਨਿੱਕਿਆ ਆਵੇ ਕਰੇ। ਵਾਹ ਜੀ ਵਾਹ। ਐਵੇਂ ਦਾਉਣੇ ਘੋੜੀ 'ਚ ਆਪਾਂ ਪਹਿਲਾਂ ਕਿਹਾ ਨਾ, ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ, ਤੇ ਜਦੋਂ ਆਪਾਂ ਏਦਾਂ ਘੋੜੀਆਂ ਗਾਉਨੇ ਆ ਪਿੰਡਾਂ 'ਚ, ਜਦੋਂ ਆਪਾਂ ਏਦਾਂ ਮਤਲਬ ਇੱਕ ਦਿਨ ਹੁੰਦਾ ਸਪੈਸ਼ਲ ਇਹ ਵੀ ਗਾਉਣ ਦਾ, ਇਕੱਠੇ ਬਹਿਨੇ ਆ ਤੇ ਏਦਾਂ ਹੀ ਫਿਰ ਮਾਮੀ ਵੇ ਸੁਹਾਗਣ ਤੇਰੇ ਸ਼ਗਨ ਕਰੇ, ਭੈਣ ਸੁਹਾਗਣ, ਜਿਵੇਂ ਆਪਾਂ ਸਾਰੇ ਰਿਸ਼ਤੇ ਜਿਹੜੇ ਆਪਣੇ ਹੁੰਦੇ ਆ ਉਹਨਾਂ ਨੂੰ ਆਪਾਂ ਜੋੜਦੇ ਆ। ਤੇ ਉਹ ਇੱਕ ਕਹਿ ਲਓ ਕਿ ਇਹਦੇ ਨਾਲ ਨਾ ਆਪਣੱਤ ਵੀ ਸਾਹਮਣੇ ਆਉਂਦੀ ਆ। ਤਾਂ ਆਟੋਮੈਟਿਕਲੀ ਸਾਰੇ ਰਿਸ਼ਤੇ ਜਦੋਂ ਜੁੜਦੇ ਆ ਤੇ ਉਹਨਾਂ ਦੇ ਅੰਦਰ ਭਾਵਨਾਵਾਂ ਹੋਰ ਉੱਭਰ ਕੇ ਆਉਂਦੀਆਂ ਕਿ ਸਾਡੇ ਦੋਤੇ ਦਾ ਵਿਆਹ, ਸਾਡੇ ਪੋਤੇ ਦਾ ਵਿਆਹ, ਸਾਡੇ ਭਰਾ ਦਾ ਵਿਆਹ। ਸੋ ਇਦਾਂ ਸਾਰੇ ਰਿਸ਼ਤੇ ਦਿਓਰ ਦਾ ਵਿਆਹ ਜੁੜਦੇ ਆ ਨਾਲ। ਬਿਲਕੁਲ, ਜਿਵੇਂ ਸੀ ਆਪਾਂ ਘੋੜੀ ਬਾਰੇ ਗੱਲ ਕੀਤੀ, ਤੇ ਐਵੇਂ ਹੀ ਗਿੱਧੇ ਦੀਆਂ ਵੰਨਗੀਆਂ 'ਚ ਕੁੜੀ ਦੇ ਵਿਆਹ ਹੁੰਦਾ, ਜਦੋਂ ਉਹਦੇ ਵਿੱਚ ਸੁਹਾਗ ਗਾਏ ਜਾਂਦੇ ਆ ਤੇ ਉਹਦੇ 'ਚ ਜਿਹੜੀਆਂ ਬੋਲੀਆਂ ਹੁੰਦੀਆਂ ਉਹਦੇ 'ਚ ਵੀ ਵੈਰਾਗ ਹੁੰਦਾ। ਤੇ ਸੁਹਾਗ ਵੀ ਕਹਿ ਲਓ ਬਹੁਤ ਨਾ ਮਿੱਠੇ, ਜਦੋਂ ਕੋਈ ਸੁਹਾਗ ਗਾਉਂਦਾ ਨਾ ਆਟੋਮੈਟਿਕਲੀ ਨਾ ਫੀਲਿੰਗ ਵੀ ਆ ਜਾਂਦੀਆਂ, ਮਹਿਸੂਸ ਹੋਣ ਲੱਗ ਜਾਂਦਾ ਕਿ ਜਿਵੇਂ ਹਾਏ, ਮਤਲਬ ਕਿਸੇ ਕੁੜੀ ਹੋਰ ਦਾ ਵਿਆਹ ਹੁੰਦਾ, ਉਹਦੇ ਵਿਆਹ 'ਚ ਆਪਾਂ ਸੁਹਾਗ ਸੁਣ ਲਈਏ ਤੇ ਆਪਣੀਆਂ ਅੱਖਾਂ 'ਚ ਪਾਣੀ ਆ ਜਾਂਦਾ ਕਿ ਕਿੰਨਾ ਉਹ ਮਤਲਬ ਉਹਦੇ ਵਿੱਚ ਭਾਵ ਹੁੰਦੇ ਆ ਮਾਂ ਦੇ, ਬਾਬਲ ਦੇ, ਭਰਾਵਾਂ ਭਰਜਾਈਆਂ ਦੇ, ਹਨਾ। ਤੇ ਉਹ ਬੜਾ ਹੀ ਜਿੱਦਾਂ ਦਿਲ ਨੂੰ ਮਤਲਬ ਬਹੁਤ ਦਿਲ ਦੇ ਨਜ਼ਦੀਕ ਜੇ ਹੁੰਦੇ ਆ। ਤੇ ਸੋ ਇੱਕ ਬਹੁਤ ਹੀ ਮਤਲਬ ਇਹਦਾ ਬਹੁਤ ਜ਼ਿਆਦਾ ਗੂੜਾ ਤਾਲੁਕਾਤ ਹੁੰਦਾ, ਹਨਾ। ਤੇ ਲਵਦੀਪ, ਮੈਨੂੰ ਲੱਗਦਾ ਕਿ ਇੱਕ ਵਾਰੀ ਕੋਈ ਵਧੀਆ ਜਿਹਾ ਸੁਹਾਗ ਸੁਣਾਓ ਸਾਨੂੰ। ਜ਼ਰੂਰ ਜੀ। ਉੱਚੀ ਟਾਲੀ ਤੇ ਘੁੱਗੀਆਂ ਦਾ ਜੋੜਾ, ਮਾਵਾਂ ਧੀਆਂ ਦਾ ਪੈ ਗਿਆ ਵਿਛੋੜਾ, ਰੱਬਾ ਕਦ ਮਿਲੀਏ, ਕਦ ਮਿਲੀਏ ਨੀ ਮੇਰੀ ਏ ਜਾਨ, ਹੁਣ ਤਾਂ ਪੈ ਗਏ ਵਾਸ ਬਗਾਨੇ, ਰੱਬਾ ਕਦ ਮਿਲੀਏ, ਚਿੱਟੀ ਚਾਦਰ ਦੇ ਪੱਲੇ ਖੰਡਨੀ, ਭੈਣਾਂ ਮਿਲੀਆਂ ਤੋਂ ਪੈ ਜਾਂਦੀ ਠੰਡ ਨੀ,
ਵੀਰਾ ਮਿਲੇ ਤਾਂ ਚੜ ਜਾਂਦਾ ਚੰਦਨੀ, ਰੱਬਾ ਕਦ ਮਿਲੀਏ, ਕਦ ਮਿਲੀਏ ਨੀ ਮੇਰੀ ਏ ਜਾਨੇ, ਹੁਣ ਤਾਂ ਪੈ ਗਈਆਂ ਵਸ ਬਗਾਨੇ, ਰੱਬਾ ਕਦ ਮਿਲੀਏ। ਵਾਹ ਜੀ ਵਾਹ, ਲਵਦੀ ਤੁਸੀਂ ਤਾਂ ਰਵਾਜ ਦੇਣ ਲੱਗੇ ਸੀ। ਬਹੁਤ ਹੀ ਇਮੋਸ਼ਨਲ ਹੁੰਦੇ ਨੇ ਸੁਹਾਗ ਤਾਂ ਅਕਸਰ ਹੀ। ਉੱਪਰੋਂ ਕਹਿ ਲਓ ਆਪਾਂ ਬੈਠੇ ਵੀ ਵਿਦੇਸ਼ ਦੀ ਧਰਤੀ ਤੇ ਆ, ਤਾਂ ਆਟੋਮੈਟਿਕਲੀ ਫੀਲਿੰਗ ਜੀ ਆ ਗਈ ਨਾ ਕਿ ਜਿਵੇਂ ਦਿਲ ਜਿਹਾ ਕਰ ਆਇਆ ਕਿ ਕਦੋਂ ਵਾਕਈ ਇਹ ਗੱਲ ਹੈਗੀ ਆ ਕਿ ਰੱਬਾ ਕਦੋਂ ਮਿਲੀਏ, ਕਿਉਂਕਿ ਮਾਪੇ ਉਸ ਦੇਸ਼ 'ਚ ਨੇ, ਅਸੀਂ ਇਸ ਦੇਸ਼ 'ਚ ਆ। ਬਿਲਕੁਲ। ਸੋ ਇਹ ਭਾਵਨਾਵਾਂ ਬਹੁਤ ਜੁੜੀਆਂ ਹੁੰਦੀਆਂ ਨੇ, ਤੇ ਜਿਹੜੇ ਸਾਡੇ ਲੋਕ ਤੱਥ ਆ, ਲੋਕ ਨਾਚ ਆ, ਲੋਕ ਗੀਤ ਆ, ਲੋਕ ਬੋਲੀਆਂ, ਤੇ ਮੈਨੂੰ ਲੱਗਦਾ ਕਿ ਇਹਨਾਂ ਤੋਂ ਬਿਨਾਂ ਆਪਾਂ ਸੱਖਣੇ ਤਾਂ ਵੀ ਆ ਕਿ ਇਹਨਾਂ ਦੇ ਨਾਲ ਆਪਾਂ ਆਪਣੇ ਭਾਵ ਵਾਲੇ ਸੋਹਣੇ ਵਿਅਕਤ ਕਰ ਸਕਦੇ ਹਨਾ। ਕਿ ਜਿੱਦਾਂ ਹੁਣ ਆਪਣੀਆਂ ਮਾਵਾਂ ਹੀ ਆ ਸੁਹਾਗ ਸੁਣਨਗੀਆਂ ਤੇ ਆਟੋਮੈਟਿਕਲੀ ਉਹਨਾਂ ਦੇ ਅੰਦਰ ਹੋਰ, ਚਲੋ ਮਾਵਾਂ ਅੰਦਰ ਤਾਂ ਪਿਆਰ ਵੈਸੇ ਹੀ ਬੇਸ਼ੁਮਾਰ ਹੁੰਦਾ, ਬਿਲਕੁਲ, ਪਰ ਉਹ ਫਿਰ ਆਟੋਮੈਟਿਕਲੀ ਹੋਰ ਜੁੜ ਜੇ ਜਾਈਦਾ ਹਨਾ। ਬਿਲਕੁਲ। ਹਾਂਜੀ ਪ੍ਰੀਤ ਜੀ, ਜਿਵੇਂ ਹੁਣ ਆਪਾਂ ਮੁੰਡੇ ਦੇ ਵਿਆਹ ਦੀਆਂ ਘੋੜੀਆਂ ਦੀ ਗੱਲ ਕੀਤੀ ਹੈ, ਕੁੜੀ ਦੇ ਵਿਆਹ ਦੇ ਸੁਹਾਗ ਦੀ ਗੱਲ ਕੀਤੀ ਹੈ, ਇਹ ਹੋ ਗਈਆਂ ਗਿੱਧੇ ਦੀਆਂ ਵੰਨਗੀਆਂ, ਬਟ ਅਕਸਰ ਆਪਾਂ ਨੂੰ ਵਿਆਹਾਂ ਦੇ ਵਿੱਚ ਲੰਮੀ ਹੇਕ ਵਾਲੇ ਗੀਤ ਵੀ ਸੁਣਨ ਨੂੰ ਮਿਲਦੇ ਆ। ਹੁਣ ਜਿਵੇਂ ਹੋ ਗਈਆਂ ਘੋੜੀਆਂ ਮੁੰਡੇ ਦੇ ਵਿਆਹ ਲਈ, ਸੁਹਾਗ ਹੋ ਗਏ ਕੁੜੀ ਦੇ ਵਿਆਹ ਲਈ, ਪਰ ਮੈਨੂੰ ਲੰਮੀ ਹੇਕ ਵਾਲੇ ਗੀਤਾਂ ਦਾ ਦੱਸੋ ਵੀ ਉਹ ਕਿਸ ਵਿਆਹ ਵਿੱਚ ਗਾਏ ਜਾਂਦੇ ਆ ਤਾਂ ਉਹਨਾਂ ਦੀ ਕੀ ਮਹੱਤਤਾ? ਬਿਲਕੁਲ ਜੀ, ਜਿਹੜੇ ਲੰਮੀ ਹੇਕ ਵਾਲੇ ਗੀਤ ਆ ਇਹਨਾਂ ਦਾ ਕੋਈ ਵੀ, ਜਿੱਦਾਂ ਹੁਣ ਘੋੜੀਆਂ ਮੁੰਡੇ ਲਈ ਬਣੀਆਂ ਤੇ ਸੁਹਾਗ ਕੁੜੀ ਲਈ, ਇਹਦਾ ਕੋਈ ਇਦਾਂ ਦਾ ਨਹੀਂ। ਇਹ ਮੁੰਡੇ ਦੇ ਵਿਆਹ 'ਚ ਵੀ ਗਾਏ ਜਾ ਸਕਦੇ ਆ, ਕੁੜੀ ਦੇ ਵਿਆਹ 'ਚ ਵੀ, ਤੀਆਂ 'ਚ ਵੀ, ਤਰਿੰਜਣਾਂ 'ਚ ਵੀ, ਕਿਉਂਕਿ ਇਹ ਜਿੱਦਾਂ ਕਹਿ ਲਓ ਨਾ ਇੱਕ ਖੁੱਲਾ ਗਿੱਧਾ ਹੁੰਦਾ, ਇਹ ਖੁੱਲੇ ਨੇ, ਠੀਕ ਆ, ਇਹ ਖੁੱਲੇ ਗੀਤ ਆ ਤੇ ਇਹਨਾਂ ਦੇ ਵਿੱਚ ਹੇਕ ਲਾਈ ਜਾਂਦੀ ਆ। ਸੋ ਆਪਾਂ ਕਿਸੇ ਵੀ, ਇਹ ਆਪਣੇ ਇੱਕ ਲੋਕ ਤੱਥ ਦਾ ਹੀ ਹਿੱਸਾ ਹੁੰਦੇ ਨੇ, ਲੋਕ ਗੀਤ ਕਿਹਾ ਜਾਂਦਾ ਇਹਨਾਂ ਨੂੰ। ਸੋ ਇਹ ਵੀ ਲੋਕਾਂ ਤੋਂ ਹੀ ਬਣੇ ਨੇ, ਆਪਾਂ ਕਿਸੇ ਵੀ ਮਤਲਬ ਸਮੇਂ ਤੇ ਗਾ ਸਕਦੇ, ਖੁਸ਼ੀ ਦੇ ਕਿਸੇ ਵੀ ਮੌਕੇ ਤੇ ਆਪਾਂ ਲੰਮੀ ਹੇਕ ਵਾਲੇ ਗੀਤ ਗਾ ਸਕਦੇ ਹਾਂ। ਤੇ ਫਿਰ ਹੋ ਜੇ ਇੱਕ ਲੰਮੀ ਹੇਕ ਵਾਲਾ ਗੀਤ। ਹਾਂਜੀ ਬਿਲਕੁਲ। ਉੱਚੀਆਂ ਲੰਮੀਆਂ ਟਾਲੀਆਂ ਵੇ ਕੋਈ ਵਿੱਚ ਗੁਜਰੀ ਦੀ ਪੀਂਗ ਵੇ ਮਾਈਆ, ਬੇਲੀਆ ਵੇ ਕੋਈ ਵਿੱਚ ਗੁਜਰੀ ਦੀ ਪੀਂਗ ਵੇ, ਪੀਂਗ ਛੁਟੇਂਦੇ ਦੋ ਜਣੇ ਵੇ ਕੋਈ ਆਸ਼ਿਕ ਤੇ ਮਾਸ਼ੂਕ ਵੇ ਮਾਈਆ, ਬੇਲੀਆ ਵੇ ਕੋਈ ਆਸ਼ਿਕ ਤੇ ਮਾਸ਼ੂਕ ਵੇ, ਪੀਂਗ ਛੁਟੇਂਦੇ ਡਿੱਗ ਪਏ ਨੀ ਕੋਈ ਹੋ ਗਏ ਚਕਨਾ ਚੂਰ ਵੇ ਮਾਈਆ, ਬੇਲੀਆ ਵੇ ਕੋਈ ਹੋ ਗਏ ਚਕਨਾ ਚੂਰ ਵੇ। ਸੋ ਐਵੇਂ ਹੁੰਦੇ ਕਿ ਜਿੱਦਾਂ ਮਤਲਬ ਕਿਸੇ ਵੀ ਸਮੇਂ ਦਾ ਤੀਆਂ ਦੇ ਜਿਹੜੇ ਹੁੰਦੇ ਆ, ਉਹ ਤੀਆਂ ਦੇ ਨਾਲ ਸੰਬੰਧਿਤ ਵੀ ਬਹੁਤ ਲੰਮੀ ਹੇਕ ਵਾਲੇ ਗੀਤ ਹੁੰਦੇ ਆ, ਉਹ ਤੀਆਂ ਦੇ ਮੌਕੇ ਤੇ ਗਾਏ ਜਾਂਦੇ ਆ। ਤਰਿੰਜਣਾਂ 'ਚ ਤਰਿੰਜਣਾਂ ਦੇ ਮੌਕੇ ਤੇ ਗਾਏ ਜਾਂਦੇ ਆ। ਚਰਖੇ ਦੇ ਨਾਲ ਰਿਲੇਟਡ ਬਹੁਤ ਆ, ਪੀਂਘਾਂ ਨਾਲ ਰਿਲੇਟਡ ਬਹੁਤ ਆ। ਜਿਹੜਾ ਇਹ ਮੈਂ ਹੁਣੇ ਗਾਇਆ, ਇਹ ਆਪਾਂ ਤਰਿੰਜਣ 'ਚ ਵੀ ਗਾ ਸਕਦੇ। ਮਤਲਬ ਉਦਾਂ ਤਾਂ ਵੈਸੇ ਕੋਈ ਵੀ ਲੰਮੀ ਹੇਕ ਵਾਲਾ ਗੀਤ ਕਿਸੇ ਵੀ ਮੌਕੇ ਤੇ ਗਾ ਸਕਦੇ, ਕੋਈ ਬੰਦਿਸ਼ ਨਹੀਂ ਹੁੰਦੀ, ਕਿਉਂਕਿ ਆਪਣਾ ਜਿਹੜਾ ਲੋਕ ਨਾਚ ਆ ਉਹ ਖੁੱਲਾ ਵਾ। ਠੀਕ ਹੈ ਜੀ। ਤੇ ਇਹਦੇ ਤੇ ਕੋਈ ਕਿਸੇ ਦਾ ਹੱਕ ਨਹੀਂ ਹੈਗਾ, ਇਹ ਲੋਕਾਂ ਦਾ। ਤੇ ਸੋ ਕੋਈ ਵੀ ਕਿਸੇ ਵੀ ਸਮੇਂ ਕਿਸੇ ਵੀ ਚੀਜ਼ ਨੂੰ ਗਾ ਸਕਦਾ, ਪਰ ਵਿਆਹਾਂ ਦੇ ਮੌਕੇ ਤੇ ਜ਼ਰੂਰ ਇੰਨਾ ਕੁ ਹੋ ਜਾਂਦਾ ਕਿ ਆਪਾਂ ਹੁਣ ਘੋੜੀ ਜਿਹੜੀ ਹੁੰਦੀ ਉਸ ਆਪਾਂ ਕੁੜੀ ਦੇ ਵਿਆਹ 'ਚ ਤਾਂ ਗਾ ਨਹੀਂ ਸਕਦੇ। ਸੋ ਇਹਨਾਂ ਚੀਜ਼ਾਂ ਦਾ ਹੀ ਇਹ ਮਹੱਤਤਾ ਹੁੰਦੀ ਹੈ। ਠੀਕ ਹੈ ਜੀ। ਪ੍ਰੀਤ ਜੀ, ਹੁਣ ਆਪਾਂ ਬੋਲੀਆਂ ਬਾਰੇ ਗੱਲ ਕਰੀਏ, ਤੁਸੀਂ ਦੱਸੋ ਵੀ ਬੋਲੀਆਂ ਦੀ ਗਿੱਧੇ ਦੇ ਵਿੱਚ ਕੀ ਮਹੱਤਤਾ ਹੈ? ਅਸਲ ਦੇ ਵਿੱਚ ਲਵਦੀਪ, ਬੋਲੀਆਂ ਹੀ ਗਿੱਧਾ। ਤੁਹਾਨੂੰ ਮੈਂ ਪਹਿਲਾਂ ਵੀ ਵੈਸੇ ਦੱਸਿਆ ਸੀ, ਹੁਣ ਮੈਂ ਦੁਬਾਰਾ ਦੱਸ ਰਹੀ ਹਾਂ ਕਿ ਪੁਰਾਣੇ ਸਮੇਂ ਦੇ ਵਿੱਚ ਬੋਲੀਆਂ ਆਪਣੇ ਮਨ ਦੇ ਭਾਵਾਂ ਤੋਂ ਬਣੀਆਂ, ਕਿ ਜਦੋਂ ਆਪਣੇ ਜਿਹੜੇ ਮਨ ਦੇ ਭਾਵ ਆ, ਹਮੇਸ਼ਾ ਤੁਸੀਂ ਦੇਖਿਆ ਹੋਣਾ ਬੋਲੀਆਂ ਦੇ ਵਿੱਚ ਨੋਕ ਝੋਕ, ਰਿਸ਼ਤੇ ਜਾਂ ਕਹਿ ਲਓ ਡਿਮਾਂਡਾਂ, ਜਿਹਨੂੰ ਮੰਗਾਂ ਕਹਿ ਦਿੰਦੇ, ਇਹੀ ਹੁੰਦਾ ਨਾ, ਇਹ ਚੀਜ਼ਾਂ ਹੁੰਦੀਆਂ, ਜਾਂ ਤਾਨੇ ਜਾਂ ਮਿਹਣੇ। ਤੇ ਜਿਹੜੀ ਆ ਤਾੜੀ ਆ, ਇਹ ਬੋਲੀਆਂ ਨੂੰ ਤਾਲ ਦਿੱਤੀ ਗਈ ਸੀ। ਕਿਉਂ? ਕਿਉਂਕਿ ਉਸ ਸਮੇਂ ਢੋਲਕੀਆਂ ਨਹੀਂ ਸੀ ਹੁੰਦੀਆਂ, ਸਾਜ਼ ਨਹੀਂ ਸੀ ਹੁੰਦੇ। ਬਿਨਾਂ ਸਾਜ਼ ਤੋਂ
ਕਹ ਲਓ ਇਹ ਇੱਕ ਤਾਲ ਸੀ ਤੇ ਹੁਣ ਇਹ ਗਿੱਧਾ ਬਣ ਗਿਆ। ਮਤਲਬ ਬੋਲੀਆਂ ਤੇ ਤਾੜੀ ਇੱਕ ਦੂਜੇ ਤੋਂ ਬਿਨਾ ਅਧੂਰੇ ਆ ਬਿਲਕੁਲ ਤੇ ਇਹਨਾਂ ਨੂੰ ਮਿਲਾ ਕੇ ਹੀ ਆਪਣਾ ਗਿੱਧਾ ਬਣਦਾ ਜੀ। ਬਿਲਕੁਲ ਤੇ ਸੋ ਬੋਲੀਆਂ ਤਾਂ ਫਿਰ ਹੈ ਹੀ ਗਿੱਧਾ ਜੀ। ਬਿਲਕੁਲ ਚਲੋ ਲਵਦੀ ਪਾਓ ਆਪਾਂ ਇਕੱਠੇ ਬੋਲੀ ਪਾਈਏ ਇੱਕ। ਬਿਲਕੁਲ ਜੀ ਜ਼ਰੂਰ। ਚਲੋ। ਚੀਰ ਚੀਰ ਅੰਬੀਆਂ ਮੈਂ ਪਾ ਲਿਆ ਚਾਰ ਵੇ, ਚੀਰ ਚੀਰ ਅੰਬੀਆਂ ਮੈਂ ਪਾ ਲਿਆ ਚਾਰ ਵੇ, ਗੱਲਾਂ ਤੇਰੀਆਂ ਰੇਵੜੀਆਂ ਤੂੰ ਵਿੱਚੋਂ ਬੇਈਮਾਨ ਵੇ, ਗੱਲਾਂ ਤੇਰੀਆਂ ਰੇਵੜੀਆਂ ਤੂੰ ਵਿੱਚੋਂ ਬੇਈਮਾਨ ਵੇ, ਗੱਲਾਂ ਤੇਰੀਆਂ ਰੇਵੜੀਆਂ ਤੂੰ ਵਿੱਚੋਂ ਬੇਈਮਾਨ ਵੇ। ਸੋ ਇਹ ਬੋਲੀ ਦੇ ਵਿੱਚ ਵੀ ਹੁਣ ਤੁਸੀਂ ਦੇਖਿਆ ਇੱਕ ਤਾਨਾ ਜਿਹਾ ਵਾ, ਨੋਕ ਝੋਕ ਜੀ ਆ, ਕਿਉਂਕਿ ਉਦਾਂ ਦਾ ਤੂੰ ਬੜੀਆਂ ਮਿੱਠੀਆਂ ਗੱਲਾਂ ਕਰਦਾ ਪਰ ਅੰਦਰੋਂ ਤੂੰ ਬੇਈਮਾਨ ਆ। ਉਦੋਂ ਸ਼ਰੇਆਮ ਤਾਂ ਹੁਣ ਜੇ ਆਪਾਂ ਕਿਸੇ ਨੂੰ ਕਹਿ ਲਓ, ਕੋਈ ਆਪਣੇ ਘਰੜੇ ਨੂੰ ਕਵੇ ਕਿ ਭਾਈ ਤੂੰ ਬੇਈਮਾਨ ਆ, ਤਾਂ ਉਹ ਤਾਂ ਫਿਰ ਜੁੰਡੋ ਜੁੰਡੀ ਹੋ ਜਾਣਗੇ। ਜਦੋਂ ਖੁਸ਼ੀ ਦਾ ਮੌਕਾ ਆਉਂਦਾ ਅਗਲੇ ਨੂੰ ਕਹਿ ਵੀ ਦਿੰਦੀ ਆ ਕਿ ਭਾਈ ਤੂੰ ਹੈਗਾ ਬੇਈਮਾਨ ਆ, ਮੈਨੂੰ ਤੇਰਾ ਪਤਾ ਜਿਹੜੀਆਂ ਤੂੰ ਮਿੱਠੀਆਂ ਗੱਲਾਂ ਕਰਦਾ, ਤੇ ਗੁੱਸਾ ਵੀ ਨਹੀਂ ਲੱਗਦਾ, ਤੇ ਅਗਲੇ ਨੂੰ ਗੁੱਸਾ ਵੀ ਨਹੀਂ ਲੱਗਦਾ। ਉਹ ਕਹਿੰਦਾ ਲੈ ਬਈ ਮੇਰੀ ਘਰ ਵਾਲੀ ਨੇ ਕਿੱਦੇ ਚ ਮੇਰੀ ਗੱਲ ਕਰਤੀ, ਪਰ ਇਹ ਨਹੀਂ ਪਤਾ ਕਿ ਤੈਨੂੰ ਅਸਲੀਅਤ ਦਿਖਾਈ ਆ। ਸੋ ਏਦਾਂ ਇਹ ਇੱਕ ਬਹੁਤ ਹਾਸੋਹੀਣੀ ਬੋਲੀ ਆ। ਸੋ ਐਵੇਂ ਸੱਸਾਂ ਨਾਲ ਜਾਂ ਹੋਰ ਬਹੁਤ ਰਿਸ਼ਤਿਆਂ ਦੇ ਨਾਲ ਭੈਣਾਂ ਜੁੜੀਆਂ ਹੋਈਆਂ, ਤੇ ਔਰਤ ਦਾ ਸ਼ਿੰਗਾਰ, ਔਰਤ ਦੀ ਫੱਬਤ, ਉਹ ਵੀ ਸਾਰਾ ਕੁਝ ਇਹਨਾਂ ਬੋਲੀਆਂ ਦੇ ਵਿੱਚ, ਮਤਲਬ ਕਹਿ ਲਓ ਕਿ ਔਰਤ ਦੀ ਸਿਫਤ ਵੀ ਬਹੁਤ ਆ ਇਹਨਾਂ ਬੋਲੀਆਂ ਦੇ ਵਿੱਚ। ਆਓ ਆਪਾਂ ਮਤਲਬ ਮੈਂ ਤੁਹਾਨੂੰ ਇੱਕ ਹੋਰ ਬੋਲੀ ਸੁਣਾਉਣੀ ਆ। ਬਿਲਕੁਲ ਜੀ ਜ਼ਰੂਰ। ਹੁਮ ਹੁਮਾ ਕੇ ਚੜੀ ਜਵਾਨੀ, ਹੁਮ ਹੁਮਾ ਕੇ ਚੜੀ ਜਵਾਨੀ, ਧਰਤੀ ਪੈਰ ਨਾ ਲਾਵੇ, ਵਈ ਟੂਣੇ ਹਾਰੀ ਹੁਸਨ ਦੀ ਮਲਿਕਾ, ਬੱਲੇ 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 ਬੱਲੇ, ਟੂਣੇ ਹਾਰੀ ਹੁਸਨ ਦੀ ਮਲਿਕਾ, ਅੱਗ ਪਾਣੀਆਂ ਲਾਵੇ, ਛੱਡਦੀਆਂ ਰਾ ਕੁੜੀਆਂ ਜਦ ਹੀਰ ਪੰਜਾਬਣ ਆਵੇ, ਛੱਡਦੀਆਂ ਰਾ ਕੁੜੀਆਂ ਜਦ ਹੀਰ ਪੰਜਾਬਣ ਆਵੇ, ਛੱਡਦੀਆਂ ਰਾ ਕੁੜੀਆਂ ਜਦ ਹੀਰ ਪੰਜਾਬਣ ਆਵੇ, ਛੱਡਦੀਆਂ ਰਾ ਕੁੜੀਆਂ। ਮੈਨੂੰ ਲੱਗਦਾ ਕਿ ਅੱਜ ਦਾ ਸਾਡਾ ਇਹ ਪ੍ਰੋਗਰਾਮ ਕਹਿ ਸਕਦੇ ਆਪਾਂ ਰੰਗਾ ਰੰਗ ਪ੍ਰੋਗਰਾਮ, ਬੋਲੀਆਂ, ਸੁਹਾਗ, ਘੋੜੀਆਂ, ਗੀਤ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ, ਸਪੈਸ਼ਲੀ ਸਾਡੀਆਂ ਬਜ਼ੁਰਗ ਮਾਤਾਵਾਂ ਨੂੰ। ਪਰ ਅੱਜ ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਅੱਜ ਕੱਲ ਦੀ ਪੀੜ੍ਹੀ ਵੀ ਸਾਡੇ ਲੋਕ ਨਾਚਾਂ ਨਾਲ, ਜਾਂ ਕਹਿ ਲਓ ਕਿ ਅੱਜ ਕੱਲ ਦੀ ਇਹਨਾਂ ਸਾਰੀਆਂ ਮਤਲਬ ਸਾਡੇ ਪੁਰਾਣੇ ਫੋਕ ਨਾਲ ਜੁੜ ਰਹੀ ਆ। ਇਹ YouTube ਨੂੰ ਬਹੁਤ ਵੱਡਾ ਕ੍ਰੈਡਿਟ ਜਾਂਦਾ ਕਿ ਉਹ ਇਹੋ ਜਿਹੀਆਂ ਚੀਜ਼ਾਂ ਸਾਰਿਆਂ ਦੇ ਸਾਹਮਣੇ ਪੇਸ਼ ਕਰਦੇ ਆ, ਤੇ ਕਹਿ ਲਓ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਮਤਲਬ ਪ੍ਰਫੁੱਲਿਤ ਕੀਤਾ ਜਾ ਰਿਹਾ, ਲੋਕਾਂ ਤੱਕ ਪਹੁੰਚਾਇਆ ਜਾ ਰਿਹਾ। ਸੋ ਮੈਂ ਇੱਕ ਗੁਜ਼ਾਰਿਸ਼ ਕਰਦੀ ਹਾਂ ਕਿ ਇਹਨਾਂ ਨੂੰ ਗਿੱਧੇ ਭੰਗੜੇ ਦੇ ਨਾਲ ਨਾਲ ਇਹ ਵੀ ਦੱਸਿਆ ਜਾਵੇ ਕਿ ਸੁਹਾਗ, ਘੋੜੀਆਂ ਤੇ ਗੀਤ, ਲੋਕ ਗੀਤ ਵੀ ਕਿੰਨੇ ਜ਼ਿਆਦਾ ਜ਼ਰੂਰੀ ਨੇ ਸਾਡੇ ਲਈ। ਸੋ ਇਹਨਾਂ ਨੂੰ ਇਹ ਵੀ ਸੁਣਾਏ ਜਾਣ ਤੇ ਇਹਨਾਂ ਦੀ ਮਹੱਤਤਾ ਵੀ ਦੱਸੀ ਜਾਵੇ। ਇਹਦੇ ਨਾਲ ਯਕੀਨ ਮੰਨਿਓ, ਇਹਦੇ ਨਾਲ ਰਿਸ਼ਤਿਆਂ ਦੇ ਵਿੱਚ ਬਹੁਤ ਜ਼ਿਆਦਾ ਮਿਠਾਸ ਆਉਂਦੀ ਆ, ਕਿਉਂਕਿ ਜਦੋਂ ਆਪਾਂ ਸਾਰਾ ਕੁਝ ਗਾਉਂਦੇ ਆ ਤਾਂ ਆਪਾਂ ਫੀਲ ਕਰਦੇ ਆ। ਜਦੋਂ ਇੱਧਰਲੇ ਬੱਚਿਆਂ ਨੂੰ ਆਪਾਂ ਦੱਸਾਂਗੇ ਕਿ ਆਹ ਘੋੜੀਆਂ ਹੁੰਦੀਆਂ, ਸੁਹਾਗ ਹੁੰਦੀ, ਇਹਨਾਂ ਦਾ ਮਤਲਬ ਆ ਹੁੰਦਾ, ਤਾਂ ਆਟੋਮੈਟਿਕਲੀ ਉਹ ਫੀਲ ਕਰਨਗੇ ਉਹਨਾਂ ਰਿਸ਼ਤਿਆਂ ਨੂੰ, ਉਹਨਾਂ ਦੇ ਵਿੱਚ ਹੋਰ ਆਪਣਤ ਆਊਗੀ, ਹੋਰ ਪਿਆਰ ਆਊਗਾ। ਕਿ ਪਹਿਲੇ ਸਮਿਆਂ ਦੇ ਵਿੱਚ ਭੈਣਾਂ ਦੇ ਅੰਦਰ ਕਿੰਨੀ ਫੀਲਿੰਗ ਹੁੰਦੀ ਜਦੋਂ ਉਹਨਾਂ ਦੇ ਭਰਾ ਦਾ ਵਿਆਹ ਹੁੰਦਾ ਸੀ, ਇੱਕ ਘੋੜੀ ਚੜਾਵਾਂਗੇ, ਉਹ ਘੋੜੀ ਮਤਲਬ ਪਹਿਲਾਂ ਕਿਤੇ ਮਹੀਨਿਆਂ 6 ਮਹੀਨਿਆਂ ਤੋਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਸੀ ਕਿ ਸਾਡੇ ਵੀਰ ਦਾ ਵਿਆਹ ਹੋਣਾ, ਅਸੀਂ ਘੋੜੀਆਂ ਗਾਵਾਂਗੇ, ਅਸੀਂ ਗਿੱਧੇ ਪਾਵਾਂਗੇ। ਸੋ ਹੁਣ ਉਹ ਚੀਜ਼ਾਂ ਥੋੜੀਆਂ ਜਿਹੀਆਂ ਘਟਦੀਆਂ ਜਾ ਰਹੀਆਂ, ਤੇ ਜੇ ਆਪਾਂ ਇਹਨਾਂ ਬਾਰੇ ਜਾਣੂ ਕਰਾਵਾਂਗੇ, ਉਹਨਾਂ ਨੂੰ ਇਹਨਾਂ ਦੀ ਮਹੱਤਤਾ ਦੱਸਾਂਗੇ, ਤੇ ਮੈਨੂੰ ਲੱਗਦਾ ਕਿ ਰਿਸ਼ਤਿਆਂ 'ਚ ਹੋਰ ਆਪਣਤ ਆਊਗੀ, ਤੇ ਜਿਹੜੇ ਉਹ ਚਾਅ ਮਲਾਰ ਆ ਉਹ ਦੁਬਾਰਾ ਫਿਰ ਮਤਲਬ ਆਪਣੇ ਅੰਦਰ ਖੇਡਣਗੇ। ਡੀਜਿਆਂ ਤੋਂ ਜ਼ਿਆਦਾ ਜ਼ਰੂਰੀ ਹੈ, ਕਹਿ ਲਓ ਰੌਣਕ ਵੀ ਇਹਨਾਂ ਗਿੱਧਿਆਂ ਨਾਲ ਲੱਗਦੀ ਆ। ਸੋ ਮੈਨੂੰ ਲੱਗਦਾ ਕਿ ਮੈਂ ਉਮੀਦ ਕਰਦੀ ਹਾਂ ਕਿ ਅੱਜ ਦੀਆਂ ਗੱਲਾਂ, ਸਾਡਾ ਆਪਸੀ ਜੋ ਵੀ ਤੁਹਾਨੂੰ ਮਤਲਬ ਅਸੀਂ ਸੁਣਾਇਆ, ਸਾਰਾ ਕੁਝ ਤੁਹਾਨੂੰ ਬਹੁਤ ਪਸੰਦ ਆਇਆ ਹੋਊਗਾ। ਇਸੇ ਉਮੀਦ ਦੇ ਨਾਲ ਮੈਂ ਤੁਹਾਡੇ ਤੋਂ ਅੱਜ ਲਈ ਅਸੀਂ ਦੋਵੇਂ ਇਜਾਜ਼ਤ ਲੈਂਦੇ ਹਾਂ, ਤੇ ਆਪਾਂ ਫਿਰ ਮਿਲਾਂਗੇ ਅਗਲੇ ਹਫਤੇ ਇਸੇ ਟਾਈਮ, ਕੁਝ ਸੋਹਣਾ ਜਿਹਾ, ਕੁਝ ਨਵਾਂ ਜਿਹਾ ਤੁਹਾਡੇ ਲਈ ਲੈ ਕੇ। ਤਦ ਤੱਕ ਲਈ ਤੁਹਾਡਾ ਸਾਡਾ ਰੱਬ ਰੱਖਾ।